ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਵੀਰ ਸਿੰਘ ਖਾਲਸਾ ਰੋਡੇ ਦੇ ਪੁੱਤਰ ਗੁਰਮੁਖ ਸਿੰਘ ਬਰਾੜ ਦੀ ਗ੍ਰਿਫਤਾਰੀ ਦੇ ਵਿਰੋਧ 'ਚ ਸਮੂਹ ਪੰਥਕ ਧਿਰਾਂ, ਰਾਜਸੀ ਪਾਰਟੀਆਂ, ਸਮਾਜ ਸੇਵੀ ਜਥੇਬੰਦੀਆਂ, ਕਿਸਾਨ ਯੂਨੀਅਨ ਤੇ ਹੋਰਨਾਂ ਸੰਸਥਾਵਾਂ ਦੀ ਇੱਕ ਭਰਵੀਂ ਇਕੱਤਰਤਾ ਗੁਰਦੁਆਰਾ ਪਾਤਸ਼ਾਹੀ 9ਵੀਂ ਗੁਰੂ ਤੇਗ ਬਹਾਦਰ ਨਗਰ ਜਲੰਧਰ ਵਿਖੇ ਹੋਈ, ਜਿਸ ਵਿੱਚ ਵੱਖ-ਵੱਖ ਬੁਲਾਰਿਆਂ ਨੇ ਗੁਰਮੁਖ ਸਿੰਘ ਬਰਾੜ ਸਮੇਤ ਜੇਲ੍ਹਾਂ 'ਚ ਬੰਦ ਹੋਰਨਾਂ ਸਿੱਖ ਨੌਜਵਾਨਾਂ ਦੀ ਰਿਹਾਈ, ਕਿਸਾਨੀ ਸੰਘਰਸ਼, ਬੇਅਦਬੀ ਮਾਮਲਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਤੇ ਹੋਰਨਾਂ ਪੰਥਕ ਮਸਲਿਆਂ ਤੇ ਹੱਲ ਲਈ ਸਮੂਹ ਪੰਥਕ ਧਿਰਾਂ ਨੂੰ ਇੱਕ ਝੰਡੇ ਥੱਲੇ ਇਕੱਠੇ ਹੋਣ ਦਾ ਸੱਦਾ ਦਿੱਤਾ। ਇਸ ਦੇ ਨਾਲ ਹੀ ਸਿੱਖ ਕੌਮ ਦੀ ਅਗਵਾਈ ਕਰਨ ਅਤੇ ਪੰਥ ਨੂੰ ਸੇਧ ਦੇਣ ਲਈ ਦਮਦਮੀ ਟਕਸਾਲ ਨੂੰ ਮੋਹਰੀ ਰੋਲ ਅਦਾ ਕਰਨ ਦੀ ਅਪੀਲ ਵੀ ਕੀਤੀ ਗਈ। ਇਸ ਮੌਕੇ ਸਮੂਹ ਜਥੇਬੰਦੀਆਂ 'ਚ ਤਾਲਮੇਲ ਬਿਠਾਉਣ ਲਈ ਬਾਬਾ ਸੇਵਾ ਸਿੰਘ ਰਾਮਪੁਰ ਖੇੜੇ ਵਾਲਿਆਂ ਦੀ ਅਗਵਾਈ ਹੇਠ ਇੱਕ 3 ਮੈਂਬਰੀ ਕਮੇਟੀ ਦਾ ਵੀ ਗਠਨ ਕੀਤਾ ਗਿਆ, ਜਿਸ ਵਿੱਚ ਭਾਈ ਜਸਵੀਰ ਸਿੰਘ ਰੋਡੇ, ਬਾਬਾ ਅਵਤਾਰ ਸਿੰਘ ਧੂਰਕੋਟ ਵਾਲੇ ਸ਼ਾਮਿਲ ਹਨ। ਆਉਣ ਵਾਲੇ ਦਿਨਾਂ 'ਚ ਕਮੇਟੀ ਦਾ ਵਿਸਤਾਰ ਕਰਕੇ ਸਮੂਹ ਜਥੇਬੰਦੀਆਂ ਨਾਲ ਤਾਲਮੇਲ ਕਰਨ ਉਪਰੰਤ ਸਾਰੀ ਰਿਪੋਰਟ ਦਮਦਮੀ ਟਕਸਾਲ ਦੇ ਮੁਖੀ ਸੰਤ ਹਰਨਾਮ ਸਿੰਘ ਖਾਲਸਾ ਨੂੰ ਸੌਂਪੀ ਜਾਵੇਗੀ, ਜਿਨ੍ਹਾਂ ਵੱਲੋਂ ਅਗਲੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਗੁਰਮੁਖ ਸਿੰਘ ਬਰਾੜ ਦੀ ਗ੍ਰਿਫਤਾਰੀ ਦੀ ਜ਼ੋਰਦਾਰ ਸ਼ਬਦਾਂ 'ਚ ਨਿਖੇਧੀ ਕੀਤੀ। ਇਸ ਦੇ ਨਾਲ ਹੀ ਉਹਨਾਂ ਨੇ ਦੋਸ਼ ਲਗਾਇਆ ਕਿ ਸੰਤਾਂ ਦੇ ਪਰਿਵਾਰ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਮੂਹ ਪੰਥਕ ਜਥੇਬੰਦੀਆਂ ਦੀ ਮੀਟਿੰਗ ਸੱਦੀ ਗਈ ਸੀ, ਜੋ ਕਿ ਪਿਛਲੇ ਦਿਨੀ ਭਾਈ ਗੁਰਮੁਖ ਸਿੰਘ ਨੂੰ ਗੈਰ ਕਾਨੂੰਨੀ ਢੰਗ ਦੇ ਨਾਲ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਉਹਦੇ ਸਬੰਧ ਵਿੱਚ ਵੱਖ-ਵੱਖ ਜਥੇਬੰਦੀਆਂ ਨੇ ਜੋ ਫੈਸਲਾ ਲਿਆ ਹੈ ਉਹ ਇਸ ਢੰਗ ਦੇ ਨਾਲ ਹੈ ਕਿ ਜਿਵੇਂ 19 ਤਰੀਕ ਨੂੰ ਰਾਤ ਨੂੰ 12:30 ਵਜੇ 50 ਦੇ ਕਰੀਬ ਜੋ ਪੁਲਿਸ ਕਰਮਚਾਰੀ, 2 SP, 4 DSP, ਹੋਰ ਬਹੁਤ ਸਾਰੇ ਮੁਲਾਜ਼ਮ ਕੰਧਾਂ ਟੱਪ ਕੇ ਦਾਸ ਦੇ ਘਰ ਵਿੱਚ ਆਏ, ਦਰਵਾਜ਼ੇ ਤੋੜ ਕੇ ਖੜਕਾ ਕੇ ਜਦੋਂ ਅੰਦਰਲੇ ਦਰਵਾਜ਼ੇ ਭੰਨਣ ਲੱਗੇ ਉਦੋਂ ਦਾਸ ਨੇ ਦਰਵਾਜ਼ਾ ਖੋਲ੍ਹਿਆ ਤੇ ਜੋ ਕੈਮਰੇ ਲੱਗੇ ਸਨ ਉਹਨਾਂ ਤੋਂ ਆਪਣਾ ਆਪ ਛੁਪਾਉਣ ਵਾਸਤੇ DVR ਵੀ ਪੱਟ ਕੇ ਲੈ ਗਏ। ਸਾਡੇ ਗੁਆਂਢੀਆਂ ਦਾ DVR ਵੀ ਪੱਟ ਕੇ ਲੈ ਗਏ। ਜਿੱਥੇ ਜਦੋਂ ਪੁੱਛਿਆ ਗਿਆ ਦੱਸੋ ਕੀ ਕਾਰਨ ਹੈ, ਕਿਵੇਂ ਆਏ ਆ, ਤਾਂ ਉਦੋਂ ਉਹਨਾਂ ਦੱਸਿਆ ਕਿ ਅਸੀਂ ਗੁਰਮੁਖ ਸਿੰਘ ਨੂੰ ਪੁੱਛ-ਗਿੱਛ ਕਰਨ ਵਾਸਤੇ ਆਏ ਆ, ਇਹਦੇ ਕੋਲ ਕੋਈ ਨਜਾਇਜ਼ ਅਸਲਾ ਹੈ, ਹਥਿਆਰ ਹੈ। ਜਦੋਂ ਉਹਦੇ ਕਮਰੇ ਦੀ ਤਲਾਸ਼ੀ ਲਈ ਦਾਸ ਵੀ ਉਸ ਵੇਲੇ ਕੋਲ ਖੜਾ ਸੀ। ਘੱਟੋ ਘੱਟ 10 ਬੰਦਿਆਂ ਨੇ 1 ਘੰਟਾ 1.5 ਘੰਟਾ ਤਲਾਸ਼ੀ ਲਈ, ਬੜੀ ਬਰੀਕੀ ਦੇ ਨਾਲ ਸਾਰੇ ਉਹਦੇ ਬੈੱਡ, ਅਲਮਾਰੀਆਂ, ਬਾਥਰੂਮ ਆਦਿ ਫਰੋਲਿਆ, ਨਾਲ ਦੇ ਕਮਰੇ ਦੀ ਵੀ ਤਲਾਸ਼ੀ ਲਈ। ਬਾਅਦ ਦੇ ਵਿੱਚ ਥੱਲੇ ਆਏ, ਥੱਲੇ ਆ ਕੇ ਕਹਿਣ ਲੱਗੇ ਕਿਸੇ ਨੂੰ ਨਾਲ ਲੈ ਕੇ ਜਾਣਾ ਹੈ। ਉਦੋਂ ਤੱਕ ਇਹਨਾਂ ਨੂੰ ਕੁਝ ਵੀ ਨਹੀਂ ਮਿਲਿਆ ਸੀ। ਇੱਕ ਬੈਗ ਪਹਿਲਾਂ ਲੱਭਿਆ, ਉਸ ਬੈਗ ਦੇ ਵਿੱਚ ਕੁਝ ਲੀਡਾਂ ਸਨ ਕੰਪਿਊਟਰ ਦੀਆਂ, ਕੁਝ ਟੈਲੀਫੋਨ ਦੀਆਂ, ਕੁਝ ਪਾਵਰ ਬੈਂਕ ਸਨ ਟੈਲੀਫੋਨ ਦੇ। ਫਿਰ ਉਹਨੂੰ ਪਤਾ ਲੱਗ ਗਿਆ ਕਿ ਇਹ ਸਾਡੇ ਮਤਲਬ ਦਾ ਕੰਮ ਨਹੀਂ, ਕੋਈ ਚੀਜ਼ ਨਜਾਇਜ਼ ਨਹੀਂ। ਗੁਰਮੁਖ ਸਿੰਘ ਨੂੰ ਅਤੇ ਉਹਦੀ ਗੱਡੀ ਨੂੰ ਲੈ ਕੇ ਚਲੇ ਗਏ। ਫਿਰ 2 ਘੰਟਿਆਂ ਬਾਅਦ ਵਾਪਸ ਆਏ, ਉਹ ਵੀ 35-40 ਬੰਦੇ ਫਿਰ ਅੰਦਰ ਘੁਸ ਕੇ ਫਿਰ ਕਹਿਣ ਲੱਗੇ ਤਲਾਸ਼ੀ ਲੈਣੀ ਅਸੀਂ, ਤੇ ਫਿਰ ਕਹਿਣ ਲੱਗੇ ਅਸੀਂ ਆਹ ਕੁਛ ਤੋਂ ਬਰਾਮਦ ਕੀਤਾ, ਜੋ ਕਿ ਨਿਰਾ ਝੂਠ ਹੈ। ਪਤਾ ਨਹੀਂ ਕਿੱਥੋਂ ਲੈ ਕੇ ਆਏ, ਕਿਤੋਂ ਬਰਾਮਦ ਕਰਕੇ ਲਿਆਏ, ਕੀ ਆਪ ਕਿਹੜੇ ਥਾਣੇ 'ਚੋਂ ਲੈ ਕੇ ਆਏ, ਕੀ ਉਹਨਾਂ ਕੋਲੇ ਪਿਆ ਸੀ। ਫਿਰ ਮਨ ਘੜਤ ਘਾੜੀਆਂ ਘੜ ਕੇ ਜੋ ਉਹਦੇ 'ਤੇ ਕੇਸ ਪਾਏ ਗਏ ਆ, ਉਹ ਸਾਨੂੰ ਸਾਡੇ ਸਾਹਮਣੇ ਨਾ ਤਾਂ ਕੁਝ ਸੀਲ ਕੀਤਾ, ਲਿਫਾਫੇ ਬਾਹਰ ਲਿਜਾ ਕੇ ਤੇ ਜੋ ਮਰਜ਼ੀ ਪਾ ਲਓ, ਜੋ ਉਹਦੇ ਵਿੱਚ ਮਰਜ਼ੀ ਕਰ ਲਓ। ਪਰ ਉਹਨਾਂ ਨੇ ਜੋ ਅਖਬਾਰਾਂ ਰਾਹੀਂ ਦੱਸਿਆ ਕਿ ਇਹਨਾਂ ਕੋਲੋਂ ਆਹ ਫੜਿਆ ਗਿਆ, ਇਹਨਾਂ ਕੋਲ ਨਜਾਇਜ਼ ਅਸਲਾ ਫੜਿਆ ਗਿਆ, ਤੇ ਉਹ 19 ਤਰੀਕ ਤੋਂ ਲੈ ਕੇ 7 ਦਿਨ ਦੇ ਪੁਲਿਸ ਰਿਮਾਂਡ 'ਤੇ, ਜੋ ਕਿ ਕੱਲ੍ਹ ਨੂੰ 27 ਤਰੀਕ ਨੂੰ ਉਹਨੂੰ ਅਦਾਲਤ 'ਚ ਪੇਸ਼ ਕਰਨਾ ਹੈ। ਅਗਲਾ ਪਤਾ ਕੱਲ੍ਹ ਨੂੰ ਲੱਗੂ ਕਿ ਹੋਰ ਰਿਮਾਂਡ ਲੈਂਦੇ ਆ ਜਾਂ ਉਹਨੂੰ ਜੇਲ੍ਹ ਭੇਜਦੇ ਆ। ਪਰ ਇਹ ਨਿਰਾ ਕਿਹੜਾ ਕਾਨੂੰਨ ਹੈ? ਕੈਪਟਨ ਅਮਰਿੰਦਰ ਸਿੰਘ ਦੱਸ ਦੇਣ ਕਿ ਰਾਤ ਨੂੰ 12 ਵਜੇ ਕੰਧਾਂ ਟੱਪ ਕੇ ਇੱਕ ਸੀਨੀਅਰ ਸਿਟੀਜ਼ਨ ਦੇ ਘਰੇ ਜਾਣਾ, ਕੰਧਾਂ ਟੱਪ ਕੇ ਜਾਣਾ ਜਾਇਜ਼ ਹੈ? ਕਿ ਨਾਲ ਕੋਈ MC ਲਿਆ, ਨਾਲ ਕੋਈ ਮੇਅਰ ਲਿਆ, ਨਾਲ ਕੋਈ ਸਾਡੇ ਆਂਢੀ ਗੁਆਂਢੀ ਨੂੰ ਦੱਸਿਆ, ਮੈਨੂੰ ਕੋਈ ਟੈਲੀਫੋਨ ਕੀਤਾ, ਕੋਈ ਨੋਟਿਸ ਦਿੱਤਾ, ਕੋਈ ਘਰ ਦੀ ਰਿੰਗ ਕੀਤੀ, ਧਾੜਵੀਆਂ ਨੂੰ ਜਿਵੇਂ ਕਿਸੇ ਬਹੁਤ ਵੱਡੇ ਬਲੈਕੀ ਨੂੰ ਫੜਨਾ ਹੁੰਦਾ, ਇਸ ਢੰਗ ਦੇ ਨਾਲ ਲੋਕਾਂ ਦੇ ਵਿੱਚ ਬਦਨਾਮ ਕਰਨ ਵਾਸਤੇ ਇੱਕ ਸਾਜ਼ਿਸ਼ ਘੜੀ ਗਈ ਹੈ। ਮੈਂ ਸਮਝਦਾ ਕਿ ਪੰਜਾਬ ਦੇ ਅੰਦਰ ਜੋ ਮਾਹੌਲ ਹੈ, ਇੱਕ ਪਾਸੇ ਬਹੁਤ ਤਿੱਖਾ ਸੰਘਰਸ਼ ਚੱਲ ਰਿਹਾ ਕਿਸਾਨਾਂ ਦਾ, ਜੋ ਪਿਛਲੇ 9 ਮਹੀਨਿਆਂ ਤੋਂ ਦਿੱਲੀ ਦੀਆਂ ਵੱਖ-ਵੱਖ ਬਰੂਹਾਂ 'ਤੇ ਬੈਠੇ ਆ, ਸਾਰੇ ਬਾਰਡਰ ਘਿਰੇ ਹੋਏ ਨੇ। ਉਹਨਾਂ ਵਿੱਚ 10 ਪਹਿਲੇ ਦਿਨ ਤੋਂ ਲੈ ਕੇ ਉਹਦੇ ਵਿੱਚ ਸਾਡੀ ਜਥੇਬੰਦੀ ਨੇ ਸ਼ਮੂਲੀਅਤ ਕੀਤੀ ਹੈ ਇੰਟਰਨੈਸ਼ਨਲ ਪੰਥਕ ਦਲ ਵੱਲੋਂ, ਅਤੇ ਨਾਲ ਹੀ ਸਾਡੀ ਜਥੇਬੰਦੀ
ਪੰਜਾਬ ਬਚਾਓ ਜੇ ਕਿਸਾਨ ਮੋਰਚਾ ਜਿਹੜਾ ਹੈ ਉਹ ਡਟਿਆ ਹੋਇਆ ਹੈ, ਜਿਹੜਾ 31 ਜਥੇਬੰਦੀਆਂ ਦੇ ਵਿੱਚ ਮੀਟਿੰਗਾਂ ਵੀ ਕਰਦਾ ਹੈ। ਉੱਥੇ ਅਸੀਂ ਮੈਡੀਕਲ ਲਾਇਆ, ਲੰਗਰ ਲਾਇਆ ਹੈ। ਇਸੇ ਕਾਰਨ ਮੈਨੂੰ ਵੀ NIA ਦੇ ਨੋਟਿਸ ਆਏ, ਘੰਟਿਆਂ ਬੱਧੀ 8-8 10-10 ਘੰਟੇ ਪੁੱਛਗਿੱਛ ਕੀਤੀ, ਕੁਝ ਵੀ ਨਾ ਪ੍ਰਾਪਤ ਹੋਇਆ। ਫਿਰ ਉਹ ਕੇਸ ਖਤਮ ਹੋਏ। ਹੁਣ ਜੋ ਪੰਜਾਬ ਦੇ ਹਾਲਾਤ ਨੇ, ਪੰਜਾਬ ਦੇ ਹਾਲਾਤ ਇਹ ਨੇ, ਨਾ ਤੇ ਅਕਾਲੀ ਦਲ ਬਾਦਲ ਨੂੰ ਕੋਈ ਪਿੰਡਾਂ 'ਚ ਵੜਨ ਦਿੰਦਾ ਹੈ, ਨਾ ਕੋਈ ਕਾਂਗਰਸ ਨੂੰ ਵੜਨ ਦਿੰਦਾ ਹੈ, ਨਾ ਆਮ ਆਦਮੀ ਪਾਰਟੀ ਨੂੰ ਕੋਈ ਵੜਨ ਦਿੰਦਾ ਹੈ। ਜੇ ਹੁਣ ਪੰਜਾਬ ਦੀਆਂ ਫਿਜ਼ਾਂ ਦੇ ਵਿੱਚ ਗੱਲ ਹੈ ਤੇ ਉਹ ਕਿਸਾਨਾਂ ਦੀ ਆ। ਇਸ ਚੀਜ਼ ਨੂੰ, ਇਹਦਾ ਪਾਸਾ ਬਦਲਣ ਵਾਸਤੇ ਇਹ ਕੈਪਟਨ ਅਮਰਿੰਦਰ ਸਿੰਘ ਨੇ, ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਸਾਜ਼ਿਸ਼ ਘੜੀ ਆ। ਇਹ ਸਾਜ਼ਿਸ਼ਾਂ ਘੜਨ ਦੇ ਵਿੱਚ ਬਹੁਤ ਮਾਹਰ ਹੈ। ਸੰਨ 2006 ਦੇ ਵਿੱਚ ਵੀ ਇੱਕ ਇਹੋ ਜਿਹੀ ਸਾਜ਼ਿਸ਼ ਘੜੀ ਸੀ ਜੋ ਸਾਨੂੰ ਬਦਨਾਮ ਕਰਨ ਵਾਸਤੇ ਮੇਰੇ ਘਰ ਦੇ ਉੱਪਰ ਰੇਡ ਕਰਕੇ ਇੱਕ ਇਹੋ ਜਿਹੇ ਕੇਸ ਪਾਏ ਸੀ। ਉਹ ਤੋਂ ਪਹਿਲਾਂ 96 ਦੇ ਵਿੱਚ ਵੀ ਜੋ ਅਣਤੁੱਲਿਆ ਹੀ 32-33 ਕਿਲੋ RDS ਕਹਿ ਕੇ ਸਾਡੇ ਤੇ ਪਾ ਦਿੱਤਾ ਸੀ। ਕਿ ਉਦੋਂ ਸਰਦਾਰ ਗੁਰਦੀਪ ਸਿੰਘ ਅਖਬਾਰ ਦੇ ਐਡੀਟਰ ਸਨ, ਸਾਡੇ ਕੰਪਿਊਟਰ ਆਪਰੇਟਰ ਮੇਰੇ ਸਮੇਤ ਬਹੁਤ ਸਾਰੇ ਬੰਦੇ ਫੜੇ, ਪਰ ਅਦਾਲਤ ਨੇ ਸਾਨੂੰ ਬਾਇਜ਼ਤ ਬਰੀ ਕੀਤਾ। ਪਰ ਇਹ ਲੋਕਾਂ ਦੇ ਵਿੱਚ ਸਾਡਾ ਅਕਸ ਧੁੰਦਲਾ ਕਰਨ ਵਾਸਤੇ ਕਿ ਤੀਸਰੀ ਧਿਰ ਨਾ ਖੜੀ ਹੋ ਜਾਵੇ ਪੰਜਾਬ ਦੇ ਵਿੱਚ, ਜਿਹਦੇ ਨਾਲ ਸਾਡੀ ਸਿਆਸਤ ਨੂੰ, ਸਾਡੀ ਕੁਰਸੀ ਨੂੰ ਕੋਈ ਖਤਰਾ ਨਾ ਖੜਾ ਹੋ ਜਾਵੇ। ਇਸ ਕਰਕੇ ਹੁਣ ਲੇਟੈਸਟ ਇਹ ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਕਿਉਂਕਿ ਇਹਨਾਂ ਦਾ ਫਰਕ ਕੋਈ ਨਹੀਂ। ਪ੍ਰਕਾਸ਼ ਸਿੰਘ ਬਾਦਲ ਦਾ ਸਗਾ ਭਤੀਜਾ ਮਨਪ੍ਰੀਤ ਸਿੰਘ ਉੱਧਰ ਬੈਠਾ, ਜਦੋਂ ਮਰਜ਼ੀ ਗੱਲ ਕਰਨ, ਜੋ ਮਰਜ਼ੀ ਸਾਜ਼ਿਸ਼ਾਂ ਘੜ ਲੈਣ। ਸੋ ਇਹ ਸਾਜ਼ਿਸ਼ ਘੜੀ ਗਈ। ਕੀ ਲੋੜ ਪਈ ਸੀ? ਹਲੇ ਤੇ ਕੇਸ ਰਾਤ ਨੂੰ ਰੇਡ ਕੀਤੀ, ਦਿਨ ਚੜ੍ਹਦੇ ਨੂੰ ਕੈਪਟਨ ਅਮਰਿੰਦਰ ਸਿੰਘ ਬਿਆਨ ਦਿੰਦਾ ਹੈ ਕਿ ਇਹ ਕੇਸ ਮੈਂ NIA ਨੂੰ ਦੇ ਦਿੱਤਾ। ਕੀ ਅਧਿਕਾਰ ਸੀ, ਕੀ ਲੋੜ ਪੈ ਗਈ ਸੀ NIA ਨੂੰ ਦੇਣ ਦੀ? ਆਪਣਾ ਖੜਾ ਛੁਡਾਉਣ ਵਾਸਤੇ ਕਿ ਲੋਕਾਂ 'ਚ ਮੈਂ ਸੱਚਾ ਰਹਾਂ ਵੀ ਮੈਂ ਕੋਈ ਇਹਦੇ 'ਤੇ ਛਾਪਾ ਨਹੀਂ ਮਾਰਿਆ, ਮੈਂ ਕੋਈ ਕਾਰਵਾਈ ਨਹੀਂ ਕੀਤੀ, ਮੈਂ ਕੋਈ ਗੈਰ ਕਾਨੂੰਨੀ ਨਹੀਂ ਕੀਤੀ। ਸੋ ਇਹ ਆਪਣਾ ਬਚਣ ਵਾਸਤੇ NIA ਨੂੰ ਦੇਤਾ ਕੇਸ। NIA ਇਹਦੀ ਤਫਤੀਸ਼ ਕਰ ਲਵੇ, ਪੰਜਾਬ ਪੁਲਿਸ ਕਰ ਲਵੇ, ਕੋਈ ਹੋਰ ਜਿਹੜੀ ਏਜੰਸੀ ਆ ਉਹ ਕਰ ਲਵੇ। ਸੱਚ ਤੇ ਸੱਚ ਰਹਿਣਾ, ਝੂਠ ਨਹੀਂ ਬਣ ਜਾਣਾ। ਇਸ ਵਾਸਤੇ ਇਹ ਨਿਰਾ ਬਦਨਾਮ ਕਰਨ ਵਾਸਤੇ ਸਾਜ਼ਿਸ਼ਾਂ ਘੜੀਆਂ ਗਈਆਂ, ਜਿਹਦੇ ਵਾਸਤੇ ਅਸੀਂ ਕਾਲ ਦਿੱਤੀ ਸੀ ਤਾਂ ਕਿ ਮੈਂ ਸਾਰੇ ਸਿੱਖ ਪੰਥ ਨੂੰ ਸਹੀ ਜਾਣਕਾਰੀ ਦੇ ਸਕਾਂ ਕਿ ਇੱਕ ਜੋ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਉਹਦੇ ਤੋਂ ਬਚਣ ਦੀ ਲੋੜ ਹੈ। ਕੋਈ ਡਰਨ ਦੀ ਲੋੜ ਨਹੀਂ। ਰਾਤ ਨੂੰ ਕੰਧਾਂ ਟੱਪ ਕੇ ਘੰਟਿਆਂ ਬੱਧੀ ਤਲਾਸ਼ੀ ਲੈ ਕੇ ਜੇ ਕੁਝ ਵੀ ਨਹੀਂ ਪ੍ਰਾਪਤ ਹੁੰਦਾ ਤੇ ਫਿਰ ਉਹਦੇ ਤੋਂ ਬਾਅਦ ਮਨ ਘੜਤ ਕਹਾਣੀਆਂ ਘੜ ਕੇ ਜੋ ਸਾਹਮਣੇ ਲਿਆਂਦਾ ਜਾਂਦਾ ਹੈ ਕਿ ਉਹ ਸੱਚ ਹੈ। ਇਸ ਵਾਸਤੇ ਮੈਂ ਕਾਲ ਕੀਤੀ ਸੀ, ਉਹ ਵੀ ਇੱਕ ਵੀਡੀਓ ਦੇ ਰਾਹੀਂ ਕਾਲ ਕੀਤੀ ਸੀ। ਤੇ ਹਜ਼ਾਰਾਂ ਦੀ ਗਿਣਤੀ ਵਿੱਚ ਪੰਥ ਦਰਦੀ, ਸੰਤ ਮਹਾਂਪੁਰਖ, ਹੋਰ ਜਥੇਦਾਰ, ਜੋ ਕਮੇਟੀਆਂ, ਸਤਿਕਾਰ ਕਮੇਟੀਆਂ, ਸਿੰਘ ਸਭਾਵਾਂ, ਬਹੁਤ ਸਾਰੀਆਂ ਸੰਗਤਾਂ ਆਈਆਂ। ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਮੈਂ ਫਿਰ ਪੰਜਾਬ ਦੀ ਸਮੁੱਚੀ ਜਨਤਾ ਨੂੰ ਅਪੀਲ ਕਰਦਾ ਕਿ ਅੱਜ ਭਾਈ ਗੁਰਮੁਖ ਸਿੰਘ ਨੂੰ ਫੜਿਆ ਤੇ ਭਾਈ ਗੁਰਮੁਖ ਸਿੰਘ ਇਕੱਲਾ ਹੀ ਨਹੀਂ, ਸਾਡੇ ਤਾਂ ਇੱਥੇ 30-30 ਸਾਲ ਦੇ ਨੌਜਵਾਨ ਫੜੇ ਹੋਏ ਨੇ, ਜਿਨ੍ਹਾਂ ਦੀ ਨਾ ਕੋਈ ਜ਼ਮਾਨਤ, ਨਾ ਕੋਈ ਰਿਹਾਈ। ਕਈ ਤੇ ਅੰਡਰ ਟ੍ਰਾਇਲ ਹੀ ਚੱਲ ਰਹੇ, ਕੇਸ ਵੀ ਨਹੀਂ ਚੱਲਦੇ, ਅੰਡਰ ਟ੍ਰਾਇਲ ਹੀ ਚੱਲ ਰਹੇ ਨੇ। ਸੋ ਇਸ ਵਾਸਤੇ ਇਹ ਇਦੋਂ ਵੱਡੀ ਗੁਲਾਮੀ ਕੀ ਹੋ ਸਕਦੀ ਹੈ? ਆਜ਼ਾਦ ਭਾਰਤ ਵਿੱਚ ਜਿਨ੍ਹਾਂ ਨੇ ਭਾਰਤ ਦੀ ਆਜ਼ਾਦੀ ਵਾਸਤੇ ਆਪਣਾ ਧਨ ਵੀ ਬਰਬਾਦ ਕੀਤਾ, ਆਪਣੀਆਂ ਇੱਜ਼ਤਾਂ ਵੀ ਰੋਲੀਆਂ, ਆਪਣੇ ਧਾਰਮਿਕ ਸਥਾਨ ਵੀ ਛੱਡ ਬੈਠੇ ਤੇ ਇਸ ਧਰਤੀ ਤੋਂ ਪੈਰ ਵੀ ਉਖੜ ਗਏ, ਫਿਰ ਵੀ ਇਸ ਦੇਸ਼ ਦੇ ਹਿੱਤ ਵਾਸਤੇ, ਭਾਵੇਂ ਉਹ ਕਾਰਗਿਲ ਦਾ ਯੁੱਧ ਹੋਵੇ, ਭਾਵੇਂ ਉਹ 1972 ਦਾ, 71 ਦਾ, 73 ਦਾ, 65 ਦਾ ਯੁੱਧ ਹੋਵੇ, ਕਦੇ ਸਿੱਖ ਜਰਨੈਲਾਂ ਨੇ, ਸਿੱਖ ਫੌਜਾਂ ਨੇ ਕੰਡ ਨਹੀਂ ਦਿਖਾਈ। ਇਹਨਾਂ ਦੇ ਵੱਡੇ ਵੱਡੇ ਜਰਨੈਲ ਬੇਵਫਾਈ ਕਰਕੇ ਹੁਕਮ ਦਿੰਦੇ ਰਹੇ ਕਿ ਹੁਣ ਤੁਸੀਂ ਪਾਕਿਸਤਾਨ ਤੋਂ, ਆਪਾਂ ਪੈਟਰਨ ਟੈਂਕਾਂ ਤੋਂ ਡਰ ਗਏ ਆ, ਉਹਨਾਂ ਦੀ ਸ਼ਕਤੀ ਜ਼ਿਆਦਾ ਆ, ਤੁਸੀਂ ਬਿਆਸ ਦਰਿਆ 'ਤੇ ਆ ਜਾਓ। ਉਦੋਂ ਜਨਰਲ ਹਰਬਖਸ਼ ਸਿੰਘ ਵਰਗਿਆਂ ਨੇ ਛਾਤੀਆਂ ਤਾਣ ਕੇ ਹਿੰਦੁਸਤਾਨ ਨੂੰ ਬਚਾਇਆ ਸੀ। ਸੋ ਅਸੀਂ ਸਿੱਖਾਂ ਨੇ ਕਦੇ ਵੀ ਬੇਵਫਾਈ ਨਹੀਂ ਕੀਤੀ, ਪਰ ਹਿੰਦੁਸਤਾਨ ਦੀ ਆਜ਼ਾਦੀ ਤੋਂ ਬਾਅਦ ਇਹ ਹਿੰਦੁਸਤਾਨ ਦੇ ਹੁਕਮਰਾਨਾਂ ਨੇ ਸਾਡੇ ਨਾਲ ਕਦੇ ਵਫਾਈ ਨਿਭਾਈ ਨਹੀਂ। ਜਲੰਧਰ ਤੋਂ ਚਿਰਾਗ ਸ਼ਰਮਾ ਦੀ ਰਿਪੋਰਟ। ਵਧੇਰੇ ਖਬਰਾਂ ਲਈ ਤੁਸੀਂ ਦੇਖਦੇ ਰਹੋ ਅਜੀਤ ਵੈਬ TV।